ਅੱਜ ਦੀ ਕਹਾਣੀ ਆ ਬਾਈ ਹਰਪ੍ਰੀਤ ਜਵੰਦਾ ਹੁਣਾਂ ਦੀ ਲਿਖੀ। ਚੜ੍ਹਦੀ ਜਵਾਨੀ ਦੇ 20 ਸਾਲ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਪੂਰੇ ਹੋਏ, ਜਿਵੇਂ ਹਵਾ ਚ ਲੰਘ ਗਏ ਹੋਣ। ਜਦੋਂ ਮੁੱਛਾਂ ਫੁੱਟਣੀਆਂ ਸ਼ੁਰੂ ਹੋਈਆਂ, ਸ਼ੀਸ਼ੇ 'ਚ ਖੜ ਕੇ ਦੇਖਿਆ ਕਰਨਾ ਵੀ ਉਧਰੋਂ ਦਾੜੀ ਦੂੜੀ ਆਉਣੀ ਸ਼ੁਰੂ ਹੋਈ ਤੇ ਪਤਾ ਹੀ ਨਹੀਂ ਲੱਗਿਆ। ਐਂ ਲੱਗਿਆ ਜਿਵੇਂ ਬੰਦਾ ਉੜਿਆ ਫਿਰਦਾ। ਫਿਰ ਹੁਣ ਘਰਦਿਆਂ ਦਾ ਥੋੜਾ ਜਿਹਾ ਜ਼ੋਰ ਪੈਣਾ ਸ਼ੁਰੂ ਹੋਇਆ ਕਿ ਭਾਈ ਠੀਕ ਹੈ, ਸ਼ੀਸ਼ੇ ਮੂਹਰੇ ਖੜ ਕੇ ਪੱਗ ਚਿਣੀ ਜਾਣਾ ਪੇਚਾਂ ਵਾਲੀ, ਹੁਣ ਕੋਈ ਨੌਕਰੀ ਵੀ ਲੱਭ ਲਾ। ਫਿਰ ਸਿਲਸਿਲਾ ਸ਼ੁਰੂ ਹੋਇਆ, ਕੱਚੀ ਪੱਕੀ ਪ੍ਰਾਈਵੇਟ ਜਿਹੜੀ ਮਰਜ਼ੀ ਮਿਲ ਜਾਵੇ, ਮਿਲੇ ਤਾਂ ਸਹੀ, ਸਰਕਾਰੀ ਤਾਂ ਬਹੁਤ ਔਖੀ ਆ, ਚਲੋ ਜਿਹੜੀ ਵੀ ਮਿਲਦੀ ਆ ਕਿਤੇ ਹੱਥ ਫਸਦਾ ਤਾਂ ਹੋਵੇ। ਇਹ ਸੰਘਰਸ਼ ਸ਼ੁਰੂ ਹੋ ਗਿਆ। ਫਿਰ ਉਹ ਦਿਨ ਆਇਆ ਜਿਹੜਾ ਦਿਨ ਸਾਰਿਆਂ ਦੇ ਲਈ ਬੜਾ ਖਾਸ ਹੁੰਦਾ, ਮੇਰੇ ਲਈ ਵੀ ਬੜਾ ਖਾਸ ਸੀਗਾ। ਇਸ ਗਲੀ ਗੇਟ ਚੋਂ ਲੰਘਦੇ ਜਿਹਨੂੰ ਜਦੋਂ ਪਹਿਲਾ ਤਨਖਾਹ ਦਾ ਚੈੱਕ ਮਿਲਿਆ, ਖੁਸ਼ੀ ਸਾਂਭੀ ਨਾ ਗਈ ਮੈਥੋਂ। ਪਹਿਲੀ ਵਾਰ ਯਾਰ ਇਹ ਮੇਰੀ ਆਪਦੀ ਕਮਾਈ ਆ, ਕਿਆ ਬਾਤ ਆ। ਕੰਮ ਕੀਤਾ, ਨਜ਼ਾਰਾ ਆ ਗਿਆ ਕੰਮ ਕਰਨ ਦਾ ਵੀ। ਜਦੋਂ ਚੈੱਕ ਹੱਥ 'ਚ ਦੇਖਿਆ, ਚੈੱਕ ਨੂੰ ਦੇਖਿਆ ਕਰਾਂ, ਕਦੇ ਚੁੰਮ ਲਿਆ ਕਰਾਂ, ਆਹ ਇਹ ਆ ਪਹਿਲੀ ਕਮਾਈ ਦਾ ਚੈੱਕ। ਫਿਰ ਸ਼ੁਰੂ ਹੋ ਗਿਆ ਬੈਂਕ ਅਕਾਊਂਟ 'ਚ ਸਿਫਰਾਂ ਜੋੜਨ ਦਾ ਸਿਲਸਿਲਾ, ਜਿਹੜਾ ਨਾ ਮੁੱਕਣ ਵਾਲਾ ਸਿਲਸਿਲਾ ਸੀ। ਵੀ ਯਾਰ ਹੁਣ ਇਹ ਚੈੱਕ ਆ ਗਿਆ, ਹੁਣ ਇਹਦੇ ਨਾਲ ਇੱਕ ਸਿਫਰ ਅਗਲੀ ਹੋਰ ਲੱਗ ਜਾਵੇ, ਫਿਰ ਉਹਦੇ ਨਾਲ ਇੱਕ ਸਿਫਰ ਹੋਰ ਲੱਗ ਜਾਵੇ, ਫਿਰ ਉਹਦੇ ਨਾਲ ਇੱਕ ਸਿਫਰ ਹੋਰ ਲੱਗ ਜਾਵੇ। ਬਸ ਉਹ ਨਾ ਮੁੱਕਣ ਵਾਲਾ ਸਿਫਰਾਂ ਵਾਲਾ ਸਿਲਸਿਲਾ ਸ਼ੁਰੂ ਹੋ ਗਿਆ। ਰੋਜ਼ ਸਵੇਰੇ ਉੱਠ ਕੇ ਨਾ, ਹਰ ਰੋਜ਼ ਇਹ ਸੋਚਿਆ ਕਰਾਂ ਵੀ ਐਸਾ ਕੋਈ ਕੰਮ ਕਰਾਂ ਮਨਾ ਜਿਹੜੀ ਪੂੰਜੀ ਹੈ ਨਾ ਇਹ ਡਬਲ ਹੋ ਜਾਵੇ, ਤੇ ਇਹਦੇ ਸੱਜੇ ਪਾਸੇ ਇੱਕ ਜ਼ੀਰੋ ਆ, ਇੱਕ ਸਿਫਰ ਆ, ਸੱਜੇ ਪਾਸੇ ਹੋਰ ਲੱਗ ਜਾਵੇ। ਯਾਰ ਫਲਾਣੇ ਦੀ ਵੀ ਤਨਖਾਹ ਇੰਨੀ ਆ, ਉਹਦੀ ਵੀ ਇੰਨੀ ਆ, ਸਾਡਾ ਸੁਪਰਵਾਈਜ਼ਰ ਕਿੰਨੀ ਲੈਂਦਾ, ਬੌਸ ਕੋਲ ਕਿੰਨੀ ਹੋਊਗੀ, ਫਲਾਣੇ ਦੇ ਬੈਂਕ ਅਕਾਊਂਟ 'ਚ ਕਿੰਨੇ ਹੋਣਗੇ, ਮੇਰੇ ਵਾਲੇ 'ਚ ਵੀ ਹੋਣ, ਨਜ਼ਾਰਾ ਆ ਜਾਓ। ਇਸੇ ਸਿਲਸਿਲੇ 'ਚ ਪਤਾ ਹੀ ਨਹੀਂ ਲੱਗਿਆ ਜਦੋਂ ਯਾਰਾਂ ਦੋਸਤਾਂ ਨੇ ਕਿਹਾ ਕਿ ਆ ਜਾ ਤੇਰਾ ਕੇਕ ਕੱਟੀਏ। 27 ਸਾਲਾਂ ਦਾ, 27 ਸਾਲਾਂ ਵਾਲਾ ਕੇਕ ਕੱਟਤਾ ਯਾਰਾਂ ਦੋਸਤਾਂ ਨੇ। ਫਿਰ ਵਿਹੜੇ ਦੇ ਵਿੱਚ ਸ਼ਹਿਨਾਈ ਵਜਣ ਦਾ ਜਿਹੜਾ ਸਿਲਸਿਲਾ ਸੀ ਉਹ ਸ਼ੁਰੂ ਹੋ ਗਿਆ। ਕੁੜੀ ਲੱਭਣੀਆਂ, ਫਿਰ ਇਹ ਜਿਹਾ ਸਾਰਾ ਹਰ ਪਾਸਿਓਂ ਦੇਖੋ ਜੀ, ਹੁਣ ਤਾਂ ਮੁੰਡਾ ਜੌਬ ਵੀ ਕਰਦਾ, ਹੁਣ ਤਾਂ ਸੁੱਖ ਨਾਲ ਕੰਮ ਬਥੇਰਾ ਕਰਦਾ, ਹੁਣ ਇਹਦਾ ਤੁਸੀਂ ਕਰੋ ਵਿਆਹ। ਫਿਰ ਚੰਨ ਵਰਗੀ ਬੋਟੀ ਜਦੋਂ ਪਾਣੀ ਬਾਹਰ ਬੰਨੇ ਦੀ ਮਾਰੇ, ਬੰਨਾ ਬੰਨੀ ਬਾਹਰ ਖੜੇ। ਅੱਗੇ ਤਾਂ ਲੋਕਾਂ ਦੇ ਵਿਆਹਾਂ 'ਚ ਦੇਖਦੇ ਹੁੰਦੇ ਸੀ, ਜਦੋਂ ਪਾਣੀ ਬਾਰ ਕੇ ਪਟੜੇ ਤੋਂ ਥੱਲੇ ਲਾਇਆ, ਉਹ ਇੱਕ ਵੱਖਰੀ ਖੁਸ਼ੀ ਸੀ। ਬਹੁਤੀ ਨੇ ਘਰ ਦੀਆਂ ਦੂਹਾਂ ਟੱਪੀਆਂ, ਖੁਸ਼ੀ ਦੂਣ ਸਵਾਈ ਹੋ ਗਈ, ਕਿਉਂਕਿ ਸੱਜੇ ਪਾਸੇ ਵਾਲੀਆਂ ਸਿਫਰਾਂ ਹੁਣ ਦੁੱਗਣੀ ਰਫ਼ਤਾਰ ਨਾਲ ਵਧਣੀਆਂ ਸ਼ੁਰੂ ਹੋ ਗਈਆਂ। ਹੁਣ ਹੋਰ ਵਧਣੀਆਂ ਸ਼ੁਰੂ ਹੋ ਗਈਆਂ, ਕਿਉਂਕਿ ਪਹਿਲਾਂ ਇੱਕ ਸੀ, ਹੁਣ ਦੋ ਹੋ ਗਏ। ਇੱਕ ਕੱਲਾ ਤੇ ਦੋ 11 ਹੁੰਦੇ ਆ। ਪਹਿਲੇ 4-5 ਸਾਲ ਆ ਜਿਹੜੇ, ਉਹ ਤਾਂ ਖੁਸ਼ੀਆਂ ਖੇੜਿਆਂ 'ਚ, ਹਾਸੇ ਮਜ਼ਾਕਾਂ 'ਚ, ਘੁੰਮਦਿਆਂ ਘੁਮਾਉਂਦਿਆਂ 'ਚ ਲੰਘ ਗਏ। ਫਿਰ ਵਿਹੜੇ ਦੇ ਵਿੱਚ ਬੱਚੇ ਦੀ ਕਿਲਕਾਰੀ ਦੀਆਂ ਗੂੰਜਾਂ, ਉਹਨਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਸਾਰਾ ਕੁਛ, ਸਾਰਾ ਧਿਆਨ ਬੱਚੇ ਦਾ ਜਿਹੜਾ ਪੰਘੂੜਾ ਸੀ ਉਹਦੇ ਤੇ ਕੇਂਦਰਿਤ ਹੋ ਗਿਆ। ਰਾਤ ਨੂੰ ਜਾ ਕੇ ਕਦੇ ਆਪ ਮੋਢੇ ਨਾਲ ਲਾਇਆ ਕਰਾਂ, ਕਦੇ ਘਰ ਵਾਲੀ ਉਹਨੇ ਜਵਾਬ ਨੂੰ ਚੁੱਪ ਕਰਾਇਆ ਕਰਨਾ, ਕਦੇ ਉਹਦੇ ਨਾਲ ਆ ਕੇ ਖੇਡਣਾ, ਕਦੇ ਉਹਦੇ ਨਾਲ ਓਏ 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 ਉਹ ਮੇਰਾ ਬੱਚਾ, ਉਹ ਕੀ ਕਹਿੰਦਾ ਸੀ, ਅੱਛਾ ਡੈਡੀ ਆਇਆ ਕੰਮ ਤੋਂ, ਲੋ ਘੁੱਟ ਕੇ ਹੱਗੀ ਕਰੀਏ ਮੇਰਾ ਪੁੱਤ। ਮਤਲਬ ਪਤਾ ਹੀ ਨਹੀਂ ਲੱਗਿਆ ਕਿ ਉਹ ਸਮਾਂ ਕਿਵੇਂ ਬੀਤਦਾ ਗਿਆ, ਕਿਸ ਤਰੀਕੇ ਦੇ ਨਾਲ। ਉਹਨੇ ਕੁਝ ਬੋਲਿਆ ਵੀ ਨਾ ਕਰਨਾ, ਮੈਂ 10 ਗੱਲਾਂ ਕਰ ਲਿਆ ਕਰਨੀਆਂ ਉਹਦੇ ਨਾਲ, ਉਹਨੇ ਬਸ ਹੱਸੀ ਜਾਇਆ ਕਰਨਾ, ਹੱਸੀ ਜਾਇਆ ਕਰਨਾ। ਉਹਦੀਆਂ ਕਲਕਾਰੀਆਂ, ਸਾਰਾ ਧਿਆਨ ਸੀਗਾ ਸਿਫਰਾਂ ਤੋਂ ਥੋੜੇ ਜਿਹਾ ਹਟ ਕੇ ਉਹਦੇ ਪੰਘੂੜੇ ਤੇ ਕੇਂਦਰਿਤ ਹੋਇਆ ਰਿਹਾ। ਫਿਰ ਕੀ ਸੀਗਾ, ਫਿਰ ਇਕੱਠੇ ਖਾਣਾ ਪੀਣਾ, ਬੋਲਣਾ, ਦੁੱਖ ਸੁੱਖ ਕਰਨਾ ਥੋੜੀ ਹੱਦ ਤੱਕ ਘਟ ਗਿਆ ਸੀ, ਕਿਉਂਕਿ ਹੁਣ ਥੋੜਾ ਜਿਹਾ ਅੱਗੇ ਅਸੀਂ ਇਕੱਠੇ ਰਹਿੰਦੇ ਸੀ, ਹੱਸਦੇ ਸੀ, ਖੇਡਦੇ ਸੀਗੇ। ਤੇ ਉਹ ਹੁਣ ਕਿਉਂਕਿ ਸਿਫਰਾਂ ਵੱਧ ਰਹੀਆਂ ਸੀ, ਜ਼ਿੰਮੇਵਾਰੀਆਂ ਵੱਧ ਰਹੀਆਂ ਸੀਗੀਆਂ, ਤੇ ਉਹਦੇ ਨਾਲ ਫਿਰ ਹੁਣ ਇਕੱਠੇ ਰਹਿਣਾ, ਖਾਣਾ ਪੀਣਾ, ਹੱਸਣਾ ਖੇਡਣਾ, ਤੇ ਜਿੰਨੀਆਂ ਸਿਫਰਾਂ ਵੱਧਦੀਆਂ ਉਨੀ ਟੈਨਸ਼ਨ ਵੀ ਵੱਧਦੀ ਹੈ, ਸਟ੍ਰੈਸ ਵੀ ਵੱਧਦੀ ਹੈ। ਇਹ ਨਹੀਂ ਕਿ ਵੱਡੀ ਕਾਰ ਤੇ ਵੱਡਾ ਘਰ ਆ ਤੇ ਉਹਦੇ ਕੋਲ ਟੈਨਸ਼ਨ ਛੋਟੀ ਹੋ, ਟੈਨਸ਼ਨ ਵੀ ਓਡੀ ਵੱਡੀ ਹੋਣੀ ਹੈ। ਤੇ ਉਹ ਵੀ ਵੱਧ ਰਹੀਆਂ ਸੀਗੀਆਂ ਨਾਲ ਦੇ ਨਾਲ। ਉਹਦੇ ਨਾਲ ਕੁਝ ਹੱਦ ਤੱਕ
ਇਹ ਹਾਸਾ ਮਜ਼ਾਕ ਆ ਜਿਹੜਾ, ਇਹ ਪਰਿਵਾਰਕ ਸਾਂਝ ਆ, ਉਹ ਘਟਣੀ ਜੀ ਸ਼ੁਰੂ ਹੋ ਗਈ। ਗੱਡੀ ਦੀਆਂ ਕਿਸ਼ਤਾਂ, ਘਰ ਦੀਆਂ ਕਿਸ਼ਤਾਂ, ਸਕੂਲ ਦੀਆਂ ਫੀਸਾਂ, ਪਾਰਟੀਆਂ ਦੇ ਖਰਚੇ, ਪਤਾ ਨਹੀਂ ਕੀ ਕੁਛ। ਤੇ ਨਾਲ ਦੀ ਨਾਲ ਬੈਂਕਾਂ ਦੇ ਵਿੱਚ ਸਿਫਰਾਂ ਦਾ ਨਾ ਮੁੱਕਣ ਵਾਲਾ ਸਿਲਸਿਲਾ ਕਿ ਇਹ ਵਧੀ ਜਾਣ। ਮੈਂ ਕੋਲੂ ਦਾ ਬਲਦ ਬਣ ਕੇ ਸਵੇਰੇ ਉੱਠ ਕੇ ਘਰੋਂ ਨਿਕਲਿਆ ਕਰਾਂ ਕੰਮ ਤੇ ਜਿਵੇਂ ਲਾਸ਼ ਬਣ ਕੇ ਘਰ ਤੋਂ ਵਾਪਸ ਮੁੜਿਆ ਕਰਾਂ। ਫਿਰ ਇਸ ਜਦੋਜਹਿਦ ਦੇ ਵਿੱਚ ਲੱਗਿਆ ਰਹਿੰਦਾ। ਜ਼ਿੰਦਗੀ ਦੇ 37 ਸਾਲ ਪੂਰੇ ਹੋ ਗਏ, ਜਿਵੇਂ ਇੱਕ ਇਤਿਹਾਸ ਜਿਹਾ ਲੰਘ ਗਿਆ ਹੋਵੇ, ਪਤਾ ਹੀ ਨਹੀਂ ਲੱਗਿਆ। ਘਰ 'ਚ ਦੁੱਖ ਸੁੱਖ, ਸਹੂਲਤ, ਸਾਰਾ ਕੁਝ ਸੀਗਾ, ਪਰ ਮੈਨੂੰ ਫੀਲ ਹੋਣਾ ਘਟ ਗਿਆ ਸੀ, ਮਹਿਸੂਸ ਹੋਣਾ ਘਟ ਗਿਆ ਸੀਗਾ। ਫਿਕਰਾਂ ਦੀ ਪੰਡ ਲੈ ਕੇ ਮੈਂ ਰਾਤ ਨੂੰ ਸੌ ਜਾਂਦਾ, ਸਵੇਰੇ ਉੱਠ ਕੇ ਘਰੋਂ ਕੰਮ, ਕੰਮ ਤੋਂ ਘਰ, ਘਰੋਂ ਕੰਮ, ਕੰਮ ਤੋਂ ਘਰ, ਉਹ ਸਿਫਰਾਂ ਵੱਧਦੀਆਂ ਗਈਆਂ। ਹੁਣ ਕਈ ਵਾਰ ਬਿਨਾਂ ਕਿਸੇ ਗੱਲ ਤੋਂ ਬਹਿਸ ਸ਼ੁਰੂ, ਜਦੋਂ ਬੰਦੇ ਦੀਆਂ ਟੈਨਸ਼ਨਾਂ ਥੋੜ੍ਹੀਆਂ ਜਿਹੀਆਂ ਵੱਧਦੀਆਂ ਨੇ ਤੇ ਨਾਲ ਦੀ ਨਾਲ ਸਿਫਰਾਂ ਵੀ ਜਿਹੜੀਆਂ ਵੱਧਦੀਆਂ ਨੇ, ਤਾਂ ਫਿਰ ਉਹ ਸਟਰੈਸ ਜਿਹੜੀ ਵੱਧਦੀ ਆ, ਉਹਦੇ ਨਾਲ ਚਿੜਚਿੜਾਪਣ ਵੀ ਵੱਧਦਾ। ਉਹ ਚਿੜਚਿੜਾਪਣ ਵਧਣ ਨਾਲ ਛੋਟੀ ਛੋਟੀ ਗੱਲ ਤੇ, ਨਗੋਚਾਂ ਤੇ ਘਰ ਦੇ ਵਿੱਚ ਜਿਹੜਾ ਹੱਸਦਾ ਖੇਡਦਾ ਘਰ ਸੀ, ਵਿੱਚ ਬਹਿਸ ਹੋਣੀ ਸ਼ੁਰੂ ਹੋ ਗਈ। ਬਹਿਸ ਫਿਰ ਝਗੜੇ ਦਾ ਰੂਪ ਧਾਰ ਲੈਂਦੀ ਸੀਗੀ। ਬੋਲਚਾਲ ਘਟਦੀ ਗਈ, ਆਪਸ ਦੇ ਵਿੱਚ ਗੱਲਾਂ ਕਰਨੀਆਂ ਬੰਦ ਕਰਤੀਆਂ। ਘਰ ਦੇ ਅੰਦਰ ਖਾਲੀਪਨ ਜਿਹੜਾ ਉਹ ਵਧਣ ਲੱਗ ਗਿਆ। ਅਚਾਨਕ ਪਤਾ ਨਹੀਂ ਲੱਗਿਆ ਕਿ ਵਿਆਹ ਦੀ 10ਵੀਂ ਵਰ੍ਹੇਗੰਢ ਆ ਗਈ, ਪਤਾ ਨਹੀਂ ਲੱਗਿਆ। ਜਦੋਂ ਵਿਆਹ ਦੀ 10ਵੀਂ ਵਰ੍ਹੇਗੰਢ ਆਈ, ਉਦੋਂ ਸੀ ਆਸ ਕਿ ਬੜਾ ਖੁਸ਼ੀਆਂ ਜਿਹਾ ਵਾਲਾ ਮਾਹੌਲ ਹੋਊਗਾ, ਪਰ ਐਤਕੀ ਤਾਂ ਉਹ ਸਿਫਰਾਂ ਵਧਣ ਵਾਲੇ ਚੱਕਰ ਦੇ ਵਿੱਚ ਉਹ ਵੀ ਭੁੱਲ ਗਿਆ। ਜਿਵੇਂ ਨਿੱਕਾ ਜਿਹਾ ਕੋਈ ਟੇਸ਼ਨ ਨਹੀਂ ਆਉਂਦਾ ਗੱਡੀ ਦੇ ਵਿੱਚ ਬੈਠਿਆਂ ਦਾ, 10ਵੀਂ ਵਰ੍ਹੇਗੰਢ ਵੀ ਉਹ ਟੇਸ਼ਨ ਜਿਹਾ ਲੰਘ ਜਾਂਦਾ ਗੱਡੀ ਦੇ ਵਿੱਚੋਂ, ਐਂ ਲੰਘ ਗਈ। ਇਕੱਲਾ ਬੈਠਾ ਪੁਰਾਣੇ ਦਿਨ ਯਾਦ ਕਰਾਂ ਮੈਂ, ਵੀ ਯਾਰ ਕਿੰਨੇ ਸੋਹਣੇ ਦਿਨ ਸੀਗੇ ਉਹ। ਮੈਂ ਨਾ ਕੋਲ 'ਚ ਲੰਘੀ ਜਾਂਦੀ ਆਪਦੇ ਘਰ ਵਾਲੀ ਦਾ ਹੱਥ ਫੜ ਲਿਆ। ਮੈਂ ਕਿਹਾ ਤੂੰ ਮੇਰੇ ਕੋਲ ਬੈਠ ਤਾਂ ਸਹੀ ਘੜੀ ਕਰ, ਆ ਜਾ ਦੁੱਖ ਸੁੱਖ ਕਰਦੇ ਆ। ਪਤਾ ਨਹੀਂ, ਚੱਲ ਉਹਨੂੰ ਮੈਂ ਕਿਹਾ ਐਂ ਕਰਦੇ ਆ ਆਪਾਂ, ਜੇ ਇੱਥੇ ਨਹੀਂ ਤਾਂ ਬਾਹਰ ਚੱਲਦੇ ਆ, ਕਿਤੇ ਲੌਂਗ ਡਰਾਈਵ ਤੇ ਚੱਲਦੇ ਆ, ਘੁੰਮਣ ਚੱਲਦੇ ਆ, ਦਿਲ ਦੀਆਂ ਗੱਲਾਂ ਤਾਂ ਕਰ ਲਈਏ ਯਾਰ। ਖਾਲੀਪਨ ਘਰ ਦੇ ਵਿੱਚ ਵੱਧ ਗਿਆ, ਉਹ ਚੀਜ਼ ਰਹੀ ਨਹੀਂ। ਚੱਲ ਆ ਜਾ ਆਪਾਂ ਗੱਲਾਂ ਬਾਤਾਂ ਕਰਦੇ ਆ ਇਕਾਂਤ 'ਚ, ਸੋਹਣੇ ਰੱਬ ਦੀ ਕੁਦਰਤ ਦਾ ਨਜ਼ਾਰਾ ਮਾਣਨ। ਅੱਗੇ ਖੁਜੀ ਹੋਈ ਨੇ, ਉਹਨੇ ਮੁੜਕਾ ਜਿਹਾ ਪੁੰਝਿਆ ਨਾਲ, ਜਦੋਂ ਉਹਨੇ ਕਿਹਾ ਨਾ, ਉਹ ਮੈਨੂੰ ਐਂ ਲੱਗਾ ਜਿਵੇਂ ਦਿਲ ਤੇ ਕੋਈ ਹਥਿਆਰ ਮਾਰਦਾ ਹੋਵੇ। ਸਕੂਲ ਦੇ ਪੇਪਰਾਂ ਦਾ ਲੱਗਿਆ ਹੋਇਆ ਢੇਰ ਪਿਆ ਪੂਰਾ, ਹਜੇ ਮੈਥੋਂ ਨਹੀਂ ਕਰਾਈ ਜਾਂਦੀ ਰੋਜ਼ ਦੀ। ਇਹ ਕੁੱਤੇ ਖਾਣੇ ਇਸੇ ਘਰ ਦੇ ਵਿੱਚ ਸਾਰਾ ਕਿਚਨ ਦਾ ਕੰਮ ਕਰਨ ਵਾਲਾ ਪਿਆ। ਤੁਹਾਨੂੰ ਸੋਚਦਾ ਰਮਾਸ ਹੈ ਨਹੀਂ ਹੁਣ ਉਹ ਦਿਨ ਲੰਘ ਕੇ, ਸੋ ਲੰਘ ਗਏ। ਆ ਸਾਰਾ ਕੰਮ ਕਰਨਾ, ਫਿਰ ਕਿਚਨ ਦਾ ਕੰਮ ਕਰਨਾ, ਫਿਰ ਪੇਪਰ ਚੈੱਕ ਕਰਨੇ ਆ, ਫਿਰ ਜਵਾਕ ਸਾਂਭਣਾ, ਫਿਰ ਰੋਟੀ ਟੁੱਕ, ਫਿਰ ਭਾਂਡੇ ਮਾਂਜੋ, ਫਿਰ ਦੁੱਧ ਗਰਮ ਕਰੋ, ਰਾਤ ਨੂੰ ਸੌਣ ਤੋਂ ਪਹਿਲਾਂ ਸਵੇਰੇ ਉੱਠਣ ਦਾ ਫਿਕਰ। ਯਾਰ ਮੈਂ ਤਾਂ ਇੰਨਾ ਕੁਛ ਕਿਹਾ ਵੀ ਨਹੀਂ ਸੀ ਜਿੰਨਾ ਉਹ ਮੈਨੂੰ ਸੁਣਾ ਗਈ। ਇਹ ਤਾਂ ਸਾਰਾ ਕੁਛ ਮੈਨੂੰ ਪਤਾ ਸੀ, ਮੈਂ ਕਿਹੜਾ ਜਵਾਕ ਸੀ। ਫਿਰ ਜਿਵੇਂ ਚਿੱਠੀ ਵੰਡਦੇ ਡਾਕੀਏ ਵਾਂਗੂ ਨਾ, ਜ਼ਿੰਦਗੀ ਦੇ 45 ਸਾਲ ਕਿਵੇਂ ਬੀਤੇ ਪਤਾ ਨਹੀਂ ਲੱਗਿਆ। ਐਨਕ ਲੱਗ ਗਈ, ਬਾਹਰ ਕਾਲੇ ਕਰਨ ਵਾਲੀਆਂ ਡਾਈਆਂ ਜਿਹੜੀਆਂ ਉਹ ਲੱਭਣੀਆਂ ਸ਼ੁਰੂ ਕਰਤੀਆਂ ਸਟੋਰਾਂ ਤੇ ਜਾ ਕੇ। ਬੱਗੀ ਹੁੰਦੀ ਦਾੜੀ ਆ ਜਿਹੜੀ, ਉਹਦੇ ਚੋਂ ਕੱਲਾ ਕੱਲਾ ਵਾਲ ਆ ਜਿਹੜਾ, ਜਦੋਂ ਉਹ ਚਿੱਟਾ ਹੋਣਾ ਸ਼ੁਰੂ ਹੋਇਆ ਤੇ ਉਹਨੂੰ ਦੇਖਣਾ ਕਿ ਯਾਰ ਕਿਤੇ ਬੁੜਾ ਤਾਂ ਨਹੀਂ ਹੋ ਗਿਆ, ਲੱਗਣ ਤਾਂ ਨਹੀਂ ਲੱਗ ਗਿਆ। ਨਾਲ ਹੀ ਸ਼ੁਰੂ ਹੋ ਗਏ ਡਾਕਟਰਾਂ ਦੇ ਨਾ ਮੁੱਕਣ ਵਾਲੇ ਚੱਕਰ। ਤੁਹਾਨੂੰ ਸ਼ੂਗਰ ਵਧਣ ਲੱਗ ਗਈ ਹੈ, ਬਾਰਡਰ ਤੇ ਹੈ ਸ਼ੂਗਰ ਤੁਹਾਡੀ, ਧਿਆਨ ਰੱਖਿਆ ਕਰੋ ਥੋੜਾ ਜਿਹਾ, ਕਿਤੇ ਇਹ ਆਵਾਜ਼ ਹੋਣੀ। ਕੋਲੈਸਟਰੋਲ ਵੀ ਤੁਹਾਡਾ ਹਾਈ ਹੈ, ਪਤਾ ਤੁਹਾਨੂੰ 3 ਤਰ੍ਹਾਂ ਦਾ ਕੋਲੈਸਟਰੋਲ ਹੁੰਦਾ। ਤੁਹਾਡਾ ਬੈਡ ਕੋਲੈਸਟਰੋਲ ਬੜਾ ਹੀ ਹਾਈ ਹੈ, ਜਿਹੜਾ ਗੁੱਡ ਕੋਲੈਸਟਰੋਲ ਹਾਈ ਹੋਣਾ ਚਾਹੀਦਾ ਉਹ ਤੁਹਾਡਾ ਲੋ ਹੈ। ਅੱਛਾ, ਮੈਨੂੰ ਤਾਂ ਕਦੇ ਵੀ ਨਹੀਂ ਸੀ ਪਤਾ। ਐਨਕ ਲੱਗ ਗਈ, ਡਾਈਆਂ ਚੱਕ ਲਈਆਂ ਵਾਲ ਡਾਈ ਕਰਨ ਲਈ ਕਿ ਕਾਲੇ ਦਿਸਣ। ਡਾਇਬਟੀਜ਼ ਆ, ਮਿੱਠਾ ਖਾਣਾ ਘੱਟ ਕਰ ਦਿਓ, ਡਾਕਟਰਾਂ ਦੇ ਚੱਕਰ। ਬਲੱਡ ਪ੍ਰੈਸ਼ਰ ਆ ਜਿਹੜਾ, ਗੋਲੀਆਂ ਦਾ ਜਿਵੇਂ ਥੱਬਾ ਮੈਨੂੰ ਫੜਾਤਾ ਹੋ ਗਿਆ। ਇਹਨਾਂ ਝਮੇਲਿਆਂ ਦੇ ਨਾਲ ਜਿਵੇਂ ਹੁਣ ਮੇਰੀ ਸਾਂਝ ਪੈ ਗਈ ਹੋਵੇ। ਫਿਰ ਅਜੇ ਬੇਟੇ ਦਾ ਕਾਲਜ ਮੁੱਕੇ ਸੀ ਕਿ ਇੱਕ ਦਿਨ ਬੂਹਾ ਖੜ ਕੇ ਡਾਕੇ ਸੀ, ਆਖਦਾ ਆ ਮੂੰਹ ਮਿੱਠਾ ਕਰਾਓ ਜੀ, ਵੀਜ਼ਾ ਲੱਗ ਗਿਆ।
ਤੁਹਾਡੇ ਬੇਟੇ ਦਾ ਵੀਜ਼ਾ ਲੱਗ ਗਿਆ ਜਨਾਬ, ਮੂੰਹ ਮਿੱਠਾ ਕਰਾਓ। ਮੇਰੇ ਅੰਦਰ ਤਾਂ ਰੁੱਗ ਭਰਿਆ ਗਿਆ, ਪਰ ਬਾਹਰੋਂ ਮੈਂ ਫਿਰ ਵੀ ਚਿਹਰੇ ਤੇ ਸਮਾਈਲ ਰੱਖੀ। ਫਿਰ ਉਹ ਇੱਕ ਦਿਨ 7 ਸਮੁੰਦਰ ਪਾਰ ਉਡਾਰੀ ਮਾਰ ਗਿਆ। ਬੇੜਾ ਸੁੰਨਾ ਹੋ ਗਿਆ। ਬੱਚੇ ਤੇ ਧਿਆਨ ਕੇਂਦਰਿਤ ਹੋਇਆ ਸੀਗਾ, ਫਿਰ ਉਹਦੀ ਪੜ੍ਹਾਈ ਤੇ ਸੀਗਾ, ਕਾਲਜ ਤੇ ਸੀਗਾ। ਕਾਲਜ ਤੋਂ ਹੁਣ ਉਹ ਵੀ 7 ਸਮੁੰਦਰ ਪਾਰ ਉਡਾਰੀ ਮਾਰ ਗਿਆ। ਬੇੜਾ ਫਿਰ ਸੁੰਨਾ ਹੋ ਗਿਆ। ਅਸੀਂ ਦੋਨੇ ਜਾਣੇ ਫਿਰ ਰਹਿ ਗਏ। ਦਿਲ 'ਚ ਭੂਜ ਹੀ ਪਿਆ ਕਰੇ। ਫਿਰ ਦੋਨੋਂ 50-55 ਵਾਲੇ ਗੇਟ 'ਚ ਪੈ ਗਏ। ਉਮਰ ਹੋਰ ਵੱਧਦੀ ਗਈ। ਬੈਂਕਾਂ 'ਚ ਕਿੰਨੀਆਂ ਸਿਫਰਾਂ ਹੋ ਗਈਆਂ। ਹੁਣ ਇਹ ਜਾਣਨ ਦੀ ਜਿਗਿਆਸਾ ਜੀ ਘਟਦੀ ਗਈ, ਕਿਉਂਕਿ ਜਿਉਂ-ਜਿਉਂ ਬੰਦਾ ਬੁੜਾ ਹੋਣ ਲੱਗਦਾ ਫਿਰ ਉਹ ਸਿਫਰਾਂ ਦੀ ਕਿੰਨੀਆਂ ਕੁ ਵੱਧ ਰਹੀਆਂ ਨੇ, ਕਿੰਨੀਆਂ ਕੁ ਵੱਧ ਰਹੀਆਂ ਨੇ, ਉਹ ਜਿਗਿਆਸਾ ਘਟਣ ਲੱਗ ਗਈ। ਡਾਕਟਰਾਂ ਨੇ ਖਾਣ ਪੀਣ ਦੀ ਮਨਾਹੀ ਕਰਤੀ, ਆਹ ਨਹੀਂ ਖਾਣਾ, ਉਹ ਨਹੀਂ ਖਾਣਾ, ਮਸਾਲਾ ਨਹੀਂ ਖਾਣਾ, ਤੁਸੀਂ ਆਲੂ ਨਹੀਂ ਖਾਣੇ, ਤੁਸੀਂ ਚਾਵਲ ਘੱਟ ਕਰ ਦਿਓ, ਤੁਸੀਂ ਆਹ ਕਰ ਦਿਓ, ਉਹ ਕਰ ਦਿਓ, ਇਹ ਕਰ ਦਿਓ, ਉਹ ਕਰ ਦਿਓ। ਬਸ ਗਲੀ 'ਚ ਬੈਠੇ ਬਾਹਰ ਖੇਡਦੇ ਬੱਚਿਆਂ ਵੱਲ ਸਾਰਾ ਦਿਨ ਅਸੀਂ ਦੇਖਦੇ ਰਿਹਾ ਕਰੀਏ, ਆਪਣੇ ਗਵਾਚੇ ਹੋਏ ਮਿੱਟੀ ਦੇ ਬਾਵੇ ਨੂੰ ਲੱਭਦੇ ਰਿਹਾ ਕਰੀਏ। ਪਤਾ ਹੀ ਨਹੀਂ ਲੱਗਦਾ ਸੀ ਕਿ ਕਦੋਂ ਸ਼ਾਮ ਪੈ ਜਾਂਦੀ ਸੀ, ਸ਼ਾਮਾਂ ਪੈ ਜਾਂਦਾ ਪਤਾ ਹੀ ਨਹੀਂ ਲੱਗਦਾ। ਫਿਰ ਇੱਕ ਦਿਨ ਫੋਨ ਦੀ ਘੰਟੀ ਵੱਜੀ, ਮੈਂ ਦੌੜ ਕੇ ਫੋਨ ਚੱਕਿਆ। ਦੂਜੇ ਪਾਸੇ ਮੇਰੇ ਸੁਪਨਿਆਂ ਦਾ ਸੌਦਾਗਰ, ਮੇਰਾ ਪੁੱਤ, ਜਿਹਨੂੰ ਪਾਲ ਪਲੋਸ ਕੇ ਬੜੀਆਂ ਮੈਂ ਗੱਲਾਂ ਕਰਦਾ ਹੁੰਦਾ ਸੀ, ਤੇ ਜਦੋਂ ਤੋਤਲੇਪਣ ਦੇ ਵਿੱਚ ਹੁੰਗਾਰਾ ਹੀ ਭਰਦਾ ਸੀ ਸਿਰਫ, ਉਹਦਾ ਫੋਨ ਸੀ। ਬਾਹਰੋਂ 7 ਸਮੁੰਦਰੋਂ ਪਾਰ ਜਦ ਫੋਨ ਆਇਆ, ਮੈਨੂੰ ਬੜੇ ਚਾਅ ਦੇ ਨਾਲ, ਬੜੇ ਮਲਾਰਾਂ ਨਾਲ ਮੈਂ ਉਹ ਭੱਜ ਕੇ ਫੋਨ ਚੁੱਕਿਆ। ਹਜੇ ਹਾਲ ਚਾਲ ਪੁੱਛ ਹੀ ਰਿਹਾ ਸੀ ਕਿ ਉਹਨੇ ਵਿਚਾਲਿਓਂ ਗੱਲ ਕੱਟ ਦਿੱਤੀ ਤੇ ਕਹਿਣ ਲੱਗਿਆ, ਡੈਡ ਮੈਂ ਵਿਆਹ ਕਰਾ ਲਿਆ ਗੋਰੀ ਨਾਲ। ਜਦੋਂ ਉਹਨੇ ਗੋਰੀ ਨਾਲ ਵਿਆਹ ਕਰਾ ਲਿਆ, ਇੰਨਾ ਹੀ ਕਿਹਾ ਸੀ। ਸੁਭਾਅ ਦੀ ਡੈਡ ਬਹੁਤ ਚੰਗੀ ਆ, ਬੜੀ ਚੰਗੀ ਹੈ ਸੁਭਾਅ ਦੀ। ਹੁਣ ਬਾਕੀ ਜ਼ਿੰਦਗੀ ਮੈਂ ਇੱਥੇ ਰਹੂੰਗਾ, ਤੇ ਜਿਹੜੀਆਂ ਬੈਂਕਾਂ ਵਾਲੀਆਂ ਸਿਫਰਾਂ ਤੁਸੀਂ ਮੇਰੇ ਲਈ ਜੋੜ ਜੋੜ ਕੇ ਰੱਖਦੇ ਸੀਗੇ ਨਾ, ਉਹਨਾਂ ਨੂੰ ਕਿਤੇ ਦਾਨ ਕਰ ਦਿਓ, ਕਿਸੇ ਅਨਾਥ ਆਸ਼ਰਮ 'ਚ ਦਾਨ ਕਰ ਦਿਓ, ਕਿਸੇ ਬਿਰਧ ਆਸ਼ਰਮ 'ਚ ਦਾਨ ਕਰ ਦਿਓ। ਹਾਂ ਸੱਚ, ਮੈਨੂੰ ਹੁਣ ਉਹਨਾਂ ਦੀ ਕੋਈ ਲੋੜ ਨਹੀਂ, ਤੇ ਜੇ ਤੁਹਾਨੂੰ ਵੀ ਕੋਈ ਘਰੇ ਮੁਸ਼ਕਲ ਆਉਂਦੀ ਹੈ ਨਾ ਰਹਿਣ ਦੇ ਵਿੱਚ, ਤਾਂ ਇਉਂ ਕਰੋ, ਤੁਸੀਂ ਵੀ ਉੱਥੇ ਹੀ ਭਰਤੀ ਹੋ ਜਾਓ, ਪਰ ਮੈਨੂੰ ਵਾਪਸ ਮੁੜਨ ਲਈ ਨਾ ਕਿਉਂ, ਨਾ ਤੁਸੀਂ ਮੈਨੂੰ ਕਿਉਂ ਤੇ ਨਾ ਹੀ ਮੈਂ ਵਾਪਸ ਮੁੜ ਕੇ ਆਉਣਾ। ਉਹ ਤਾਂ ਐਡੀ ਵੱਡੀ ਗੱਲ ਸਹਿ ਸੁਭਾਈ ਕਰ ਗਿਆ ਸੀਗਾ। ਮੇਰੇ ਹੱਥੋਂ ਤਾਂ ਫੋਨ ਹੀ ਛੁੱਟ ਗਿਆ ਜਦੋਂ ਮੈਂ ਇਹ ਗੱਲ ਸੁਣੀ ਕਿ ਮੈਂ ਜਿਹੜੀਆਂ ਸਿਫਰਾਂ ਤੇਰੇ ਲਈ ਜੋੜੀਆਂ ਸੀ, ਤੇ ਅੱਜ ਤੂੰ ਮੈਨੂੰ ਹੀ ਵਾਪਸ ਕਰਕੇ ਕਹਿ ਰਿਹਾ ਕਿ ਤੁਸੀਂ ਵੀ ਚਾਹੇ ਬਿਰਧ ਆਸ਼ਰਮ 'ਚ ਹੀ ਰਹਿ ਲਿਓ, ਮੈਨੂੰ ਕੋਈ ਜ਼ਰੂਰਤ ਨਹੀਂ, ਇਹਨਾਂ ਨੂੰ ਤੁਸੀਂ ਕਿਤੇ ਦਾਨ ਨਹੀਂ ਕਰਦੇ ਹੋ। ਜਦੋਂ ਮੈਨੂੰ ਮੇਰੇ ਨਾਲ ਦੇ ਵੀ ਕਹਿੰਦੇ ਤੁਸੀਂ ਆ ਚੱਲੀਏ ਘੁੰਮਣ, ਮੈਂ ਕਹਿਣਾ ਉਹ ਯਾਰ ਕੰਮ ਕਰ ਲਈਏ, ਘੁੰਮਣ ਨੂੰ ਸਾਰੀ ਜ਼ਿੰਦਗੀ ਪਈ ਆ, ਬਾਅਦ 'ਚ ਚਲੇ ਜਾਵਾਂਗੇ। ਉਹਨਾਂ ਨੇ ਬੜਾ ਮਖੌਲ ਕਰਿਆ ਕਰਨਾ, ਉਹ ਯਾਰ ਬਾਅਦ 'ਚ ਤੂੰ ਕਦੋਂ ਚਲੇ ਜਾਏਗਾ, ਬਾਅਦ 'ਚ ਨਿਗਾਹ ਤੇਰੀ ਨਹੀਂ ਹੋਣੀ, ਫਿਰ ਤੂੰ ਕੀ ਕੁਦਰਤ ਦੇ ਨਜ਼ਾਰੇ ਮਾਣੇਗਾ, ਖਾ ਪੀ ਤੂੰ ਨਹੀਂ ਕੁਛ ਸਕਣਾ, ਤੇਰੇ ਕੋਲ ਜੀਭ ਦਾ ਸਵਾਦ ਨਹੀਂ ਹੋਣਾ, ਤੈਨੂੰ ਡਾਕਟਰਾਂ ਨੇ ਦਵਾਈਆਂ ਦਾ ਥੱਬਾ ਦੇ ਦੇਣਾ ਬੁਢਾਪੇ ਵੱਲ, ਫਿਰ ਤੂੰ ਕੀ ਘੁੰਮਣਾ। ਉਹ ਮੈਂ ਕਹਿਣਾ ਨਹੀਂ, ਸਾਰੀ ਜ਼ਿੰਦਗੀ ਪਈ ਆ ਘੁੰਮਣ ਨੂੰ, ਕੰਮ ਕਰ ਲਈਏ। ਪਰ ਕੰਮ ਕਿਹਦੇ ਲਈ? ਸਿਫਰਾਂ ਜੋੜਨ ਲਈ। ਤੇ ਸਿਫਰਾਂ ਜੋੜਨ ਵਾਲਾ ਤਾਂ ਕਹਿੰਦਾ ਆਪਦੇ ਲਈ ਰੱਖ ਲਿਓ। ਅੱਛਾ, ਮੈਂ ਤਾਂ ਸਾਰੀ ਜ਼ਿੰਦਗੀ ਵੀ ਲਾਤੀ ਇਹਨਾਂ ਸਿਫਰਾਂ ਦੇ ਚੱਕਰ 'ਚ, ਤੇ ਅੱਜ ਇਹ ਵੀ ਤੂੰ ਮੈਨੂੰ ਵਾਪਸ ਕਰ ਗਿਆ। ਪਾਠ ਕਰਦੇ ਕਰਦੇ ਘਰ ਵਾਲੀ ਭੱਜੀ ਭੱਜੀ, ਕਿਹਦਾ ਫੋਨ ਆ, ਕੀ ਹੋ ਗਿਆ, ਕੀ ਕਹਿੰਦਾ ਸੀ? ਕਿਸੇ ਦਾ ਨਹੀਂ। ਫਿਰ ਹੱਥ ਜਿਹਾ ਫੜ ਕੇ ਤਾਲਾ ਜਿਹਾ ਕੀਤਾ, ਚਲੋ ਆਪਾਂ ਕਹਿੰਦੀ ਬਾਹਰ ਚੱਲੀਏ, ਤੁਸੀਂ ਉਦੋਂ ਮੈਨੂੰ ਕਹਿੰਦੇ ਸੀ ਨਾ ਬਾਹਰ ਚੱਲੀਏ, ਚਲੋ ਆਪਾਂ ਬਾਹਰ ਚੱਲਦੇ ਹਾਂ, ਇਸ ਰੌਲੇ ਰੱਪੇ ਤੋਂ, ਖੁਦਗਰਜੀ ਦੇ ਰੇਗਿਸਤਾਨ ਤੋਂ ਕੋਹਾਂ ਦੂਰ, ਚਲੋ ਬਾਹਰ ਚੱਲਦੇ ਹਾਂ, ਉੱਥੇ ਜਾ ਕੇ ਗੱਲ ਕਰਦੇ ਹਾਂ। ਮੈਂ ਹਜੇ ਉਹਨੂੰ ਹਾਂ ਦਾ ਹੰਗਾਰਾ ਭਰਿਆ, ਆਹੋ ਚੱਲ ਆਪਾਂ ਬਾਹਰ ਚੱਲਦੇ ਹਾਂ, ਬਾਹਰ ਜਾ ਕੇ ਗੱਲ ਕਰਦੇ ਹਾਂ। ਮੈਨੂੰ ਇਉਂ ਲੱਗਾ ਜਿਵੇਂ ਮੇਰਾ ਸਰੀਰ ਠੰਡਾ ਹੁੰਦਾ ਜਾਂਦਾ, ਸਰੀਰ ਠੰਡਾ ਸੀ, ਸਰੀਰ ਦਾ ਸਿਰ ਸੀ ਜਿਹੜਾ ਮੇਰਾ, ਮੈਂ ਉਹਨੂੰ ਮੋਢਿਆਂ ਤੇ ਰੱਖਿਆ, ਹੰਝੂ ਭਗਾਉਂਦੀ ਆਖਣ ਲੱਗੀ, ਨਾਲ ਉਹਦੇ ਹੰਝੂ ਵਗ ਰਹੇ ਸੀਗੇ। ਚਲੋ ਚੱਲੀਏ, ਫਿਰ ਕਿੱਥੇ ਜਾਣਾ ਦੱਸੋ, ਤੁਸੀਂ ਦੱਸੋ ਅੱਜ ਕਿੱਥੇ ਜਾਣਾ ਚਾਹੁੰਦੇ ਹੋ, ਆਪਾਂ ਚੱਲਦੇ ਹਾਂ। ਕਿੱਥੇ ਗੱਲਾਂ ਕਰਨੀਆਂ ਨੇ, ਚਲੋ ਵੀ, ਹੁਣ ਚੱਲਦੇ ਨਹੀਂ, ਹੁਣ ਬੋਲਦੇ ਨਹੀਂ, ਹਾਂ ਚਲੋ ਵੀ। ਉਹਨੇ ਜਦੋਂ ਮੈਨੂੰ ਕਹਿ ਕੇ ਝੰਜੋੜਿਆ, ਪਰ ਮੈਂ ਤਾਂ ਉਹਦੀ ਬੁੱਕਲ 'ਚ ਪਿਆ ਕਦੋਂ ਦਾ ਉਡਾਰੀ ਮਾਰ ਗਿਆ ਸੀ, ਕਦੋਂ ਦਾ ਸਦਾ ਲਈ ਸੌ ਚੁੱਕਿਆ ਸੀ, ਸ਼ਾਂਤ ਹੋ ਚੁੱਕਿਆ ਸੀ। ਦੋਸਤੋ, ਇਹ ਆ ਮੇਰੀ ਸਿਫਰਾਂ ਦੀ ਗੁਲਾਮੀ ਕਰਦਿਆਂ ਤੇ ਜ਼ਮੀਨ ਦੇ ਕਿੱਲੇ ਗਿਣਦੇ ਤੇ ਅੱਖ ਦੇ ਫੌਰ ਦੇ ਵਿੱਚ ਲੰਘ ਗਈ ਜ਼ਿੰਦਗੀ ਦਾ ਪੂਰਾ ਸਾਰਾਂਸ਼। ਇਹ ਜ਼ਿੰਦਗੀ ਤੁਹਾਡੀ ਆਪਣੀ ਖੁਦ ਦੀ ਹੈ, ਇਹਦੇ ਮਾਪਦੰਡ ਵੀ ਤੁਸੀਂ ਖੁਦ ਹੀ ਤੈਅ ਕਰਨੇ ਆ। ਜ਼ਿੰਦਗੀ ਜਿਉਣ ਆਇਓ, ਕੱਟਣ ਨਹੀਂ ਆਏ ਹੈਗੇ। ਆਪਣੇ ਵਾਸਤੇ ਜਿਉਣਾ ਸਿੱਖ ਲਓ। ਇਹ ਸ਼ੁਰੂਆਤ ਅੱਜ ਤੋਂ ਨਹੀਂ,
ਬਲਕਿ ਹੁਣ ਤੋਂ ਹੀ ਕਰ ਲਓ, ਕਿਉਂਕਿ ਔਲਾਦ ਅੱਗੇ ਜਿਹੜੇ ਦੌਲਤ ਦੇ ਢੇਰ ਲਗਾ ਕੇ ਜਿਹੜਾ ਸੁਨਹਿਰੀ ਕੱਲ ਤੁਸੀਂ ਉਡੀਕਦੇ ਹੋ ਨਾ, ਉਹ ਕੱਲ ਕਦੇ ਨਹੀਂ ਆਉਣਾ। ਮੁੱਕਦੀ ਗੱਲ ਅੱਜ ਆ, ਜਿਹੜਾ ਵਰਤਮਾਨ ਆ, ਇਹੀ ਤੁਹਾਡੀ ਜ਼ਿੰਦਗੀ ਹੈ। ਬਾਕੀ ਤਾਂ ਬਸ ਕੰਧ ਤੇ ਲੱਗੇ ਕੈਲੰਡਰ ਦੀਆਂ ਤਰੀਕਾਂ ਹੀ ਆ, ਕੁਝ ਕੁ ਲੰਘ ਗਈਆਂ, ਕੁਝ ਕੁ ਆਉਣ ਵਾਲੀਆਂ ਨੇ। ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ, ਹੱਸਦਿਆਂ ਰਾਤ ਲੰਘ ਗਈ, ਪਤਾ ਨਹੀਂ ਸਵੇਰ ਦਾ।